सतनाम श्री वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। तेरे कवन कवन गुण कह गावा, तू साहिब गुणी निधाना। तुमरी महिमा बरन न सको, तू ठाकुर ऊच भगवान। तुमरी महिमा बरन न सको, तू ठाकुर ऊच भगवान। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुकत न पावे। बेशुमार अथा अगणत अतुल, जो बुलावो त्यो नानक दास बोल। जुगो जुग अटल शब्द अवतार चवर तखत छत्र दे मालक धन धन साहिब श्री गुरु ग्रंथ साहिब महाराज जी दी हजूरी विच जुड़ बैठी साध संगत जीओ। सब तो पहलों रसना पवित्र करो, फतेह बुलाओ जी। वाहिगुरु जी का खालसा, वाहिगुरु जी की फतेह। बहुत वड्डियां भागां वाले हो, सतगुरु जी की पावन गोद विच बैठे हो। रब्बी बाणी का कीर्तन आप जी सरवण कर रहे सो। अपने मन नूं तृप्त कर रहे सो। मनुखा जन्म का लाहा आप जी प्राप्त कर रहे सी। आओ हुण कुछ को मिनट जो लड़ीवार पावन श्लोकां दी विचार असी रोज़ रल मिल के कर रहे हाँ। जो धन गुरु तेग बहादुर पातशाह जी का 400 साला पावन प्रकाश गुरपुरब आ रहा है, उस संबंध में ये प्रोग्राम उलीकिया गया है। सतगुरु जी कृपा करन असी नाम नाल जुड़िए, बाणी नाल जुड़िए, क्योंकि बाकी ता जन्म साडा व्यर्थ चला जाता है। हुणे मेरे वीर जी सरदार बलविंदर सिंह जी ने बहुत सोहनी दृष्टांत दिता है। सतगुरु जी की बड़ी अपार कृपा है ना ते कि जीवन तो वही गिणिया जाएगा कि जो प्रभु के नाम सिमरन दे विच स्वास साडे बतीत होए हैं। बाकी तो साडे व्यर्थ है, सफले तो वो हैं। सो सतगुरु जी कृपा करन। आओ श्लोकां दे विच सतगुरु जी अज की फरमान करते हैं। कल तक असी 36 श्लोकां तक दी विचार कीती सी। अज 37वां श्लोक है। आओ विचार करनी है। साध संगत सतगुरु जी कृपा करन, ये जो असी रोज़ सुनते हाँ, कीर्तन सुनते हाँ, विचार सुनते हाँ, ये साडे मन में इंज वस जावे कि जिवें असी ये समझिए कि ये सानू अज सतगुरु जी ने पाठ दिता है, ये सानू लैसन दिता है। असी फिर भी इसकी घर जाके भी विचार करिए तो अज सानू ये उपदेश मिलिया है, ये साडे हिरदियां विच वस जावे। असी ये जतन करना है, याद रखना है। अज सतगुरु जी फरमान करते हैं 37वें श्लोक दे विच, मन माया में रम रहो, निकसत नाहिन मीत।
ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ। ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹਿਨ ਮੀਤ। ਸਤਿਗੁਰ ਜੀ ਫਰਮਾਨ ਕਰ ਰਹੇ ਹਨ ਕਿ ਸਾਡਾ ਮਨ ਮਾਇਆ ਦੇ ਵਿੱਚ ਰਮ ਗਿਆ ਹੈ। ਮਾਇਆ ਦੇ ਵਿੱਚ ਮਾਇਆ ਦੇ ਨਾਲ ਹੀ ਇੱਕਮਿਕ ਹੋ ਗਿਆ ਹੈ। ਮਾਇਆ ਦੇ ਵਿੱਚ ਸਾਡਾ ਮਨ ਇਤਨਾ ਰਮ ਗਿਆ ਹੈ ਕਿ ਹੁਣ ਨਿਕਲਦਾ ਨਹੀਂ। ਨਿਕਸਤ ਨਾ ਹੈ ਨਮੀਤ, ਇਸ ਤੋਂ ਬਾਹਰ ਨਹੀਂ ਆਉਂਦਾ, ਨਿਕਲਦਾ ਨਹੀਂ ਹੈ, ਰਮ ਗਿਆ ਹੈ। ਕਿਸ ਤਰ੍ਹਾਂ ਅਗਲੀ ਤੁਕ ਵਿੱਚ ਕਹਿੰਦੇ ਹਨ, ਨਾਨਕ ਮੂਰਤ ਚਿੱਤਰ ਜਿਉ। ਹੇ ਨਾਨਕ, ਜਿਵੇਂ ਕੋਈ ਮੂਰਤ ਹੁੰਦੀ ਹੈ ਨਾ, ਚਿੱਤਰ ਹੁੰਦਾ ਹੈ। ਇੱਕ ਤਾਂ ਮੂਰਤ ਹੁੰਦੀ ਹੈ, ਚਿੱਤਰ ਹੁੰਦਾ ਹੈ ਜਿਹੜਾ ਦੀਵਾਰ ਤੇ ਟੰਗ ਦਿੱਤਾ ਜਾਵੇ। ਦੀਵਾਰ ਦੇ ਚਿੱਤਰ ਦੀ ਗੱਲ ਕੀਤੀ ਹੈ ਇੱਥੇ ਸਤਿਗੁਰ ਜੀ ਨੇ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ। ਭੀਤ ਕਹਿੰਦੇ ਹਨ ਦੀਵਾਰ ਨੂੰ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਦੀਵਾਰ ਦੇ ਉੱਪਰ ਹੀ ਚਿੱਤਰ ਬਣਿਆ ਹੁੰਦਾ ਹੈ, ਜਾਂ ਦੀਵਾਰ ਦੇ ਉੱਪਰ ਉਕਰਿਆ ਹੋਇਆ ਹੁੰਦਾ ਹੈ ਚਿੱਤਰ। ਦੀਵਾਰ ਦੇ ਉੱਪਰ ਚਿੱਤਰ ਉਕਰ ਗਿਆ, ਉਹ ਫਿਰ ਛੱਡਦਾ ਨਹੀਂ ਹੈ ਦੀਵਾਰ ਨੂੰ। ਉਹ ਜਿਹੜਾ ਚਿੱਤਰ ਹੈ ਨਾ, ਦੀਵਾਰ ਦੇ ਉੱਪਰ ਪੱਕਾ ਇਸ ਤਰ੍ਹਾਂ ਲੱਗ ਜਾਂਦਾ ਹੈ, ਜਦੋਂ ਦੀਵਾਰ ਟੁੱਟ ਜਾਂਦੀ ਹੈ ਤਾਂ ਵੀ ਉਹ ਚਿੱਤਰ ਨਹੀਂ ਛੱਡਦਾ। ਸਤਿਗੁਰ ਜੀ ਇਹ ਦ੍ਰਿਸ਼ਟਾਂਤ ਦਿੱਤਾ ਹੈ ਨਾਲ ਕਿ ਸਾਡਾ ਮਨ ਵੀ ਮਾਇਆ ਦੇ ਵਿੱਚ ਇਸ ਤਰ੍ਹਾਂ ਰਮ ਗਿਆ ਹੈ, ਇਸ ਤਰ੍ਹਾਂ ਵਿੱਚ ਇੱਕਮਿਕ ਹੋ ਗਿਆ ਹੈ। ਜਿਵੇਂ ਅਸੀਂ ਕਹਿ ਲਈਏ ਕਿ ਜਿਵੇਂ ਬੀਬੀਆਂ ਆਟਾ ਗੁੰਦਦੀਆਂ ਹਨ ਨਾ, ਆਟਾ, ਤੇ ਉਸ ਦੇ ਵਿੱਚ ਪਾਣੀ ਪਾ ਦਿੰਦੀਆਂ ਹਨ। ਪਾਣੀ ਆਟੇ ਦੇ ਵਿੱਚ ਸਮਾ ਜਾਂਦਾ ਹੈ, ਫਿਰ ਪਾਣੀ ਉਸ ਤੋਂ ਅਲੱਗ ਨਹੀਂ ਹੁੰਦਾ, ਪਾਣੀ ਨੂੰ ਫਿਰ ਕੱਢਿਆ ਨਹੀਂ ਜਾ ਸਕਦਾ, ਉਹ ਰਮ ਗਿਆ ਵਿੱਚ। ਤੇ ਜਿਵੇਂ ਕਹਿ ਲਓ ਮਿੱਟੀ ਦੇ ਵਿੱਚ ਵੀ ਅਗਰ ਪਾਣੀ ਮਿਲਾ ਦਿੱਤਾ ਜਾਵੇ ਤਾਂ ਪਾਣੀ ਰਮ ਗਿਆ, ਉਹ ਵਿੱਚ ਸਮਾ ਜਾਂਦਾ, ਫਿਰ ਉਹ ਅਲੱਗ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹਨ, ਸਾਡਾ ਜਿਹੜਾ ਮਨ ਹੈ ਨਾ, ਮਾਇਆ ਦੇ ਵਿੱਚ ਗਲਤਾਨ ਹੋ ਗਿਆ, ਮਨ ਮਾਇਆ ਦੇ ਵਿੱਚ ਰਮ ਗਿਆ। ਸਤਿਗੁਰੂ ਜੀ ਬਾਣੀ ਵਿੱਚ ਵੀ ਫਰਮਾਨ ਕਰਦੇ ਹਨ, ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹਾਥ ਬਿਕਾਨੋ। ਵਿਕ ਗਿਆ ਮਾਇਆ ਦੇ ਵਿੱਚ। ਮਾਇਆ ਤੋਂ ਸਿਵਾ ਸਾਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ। ਇਹ ਸਲੋਕਾਂ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਨਾ, ਸਲੋਕਾਂ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਲੋਕ ਆਉਂਦੇ ਹਨ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਹੋਣਾ ਤਾਂ ਇਹ ਚਾਹੀਦਾ ਸੀ, ਸਤਿਗੁਰੂ ਜੀ ਕਹਿੰਦੇ ਹਨ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਪਰ ਸਾਡੀ ਹਾਲਤ ਇਹ ਹੈ, ਜਿਵੇਂ ਦੱਸ ਰਹੇ ਸਨ ਬਲਵਿੰਦਰ ਸਿੰਘ ਜੀ, ਕਿ ਅਸੀਂ ਸਮਾਂ ਵਿਅਰਥ ਗਵਾ ਦਿੰਦੇ ਹਾਂ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਹਰ ਦਮ ਦੇ ਨਾਲ ਅਸੀਂ ਮਾਇਆ ਮੰਗਦੇ ਹਾਂ। ਮਾਇਆ ਚਾਹੀਦੀ। ਮਾਇਆ ਦੇ ਵਿੱਚ ਸਾਡਾ ਮਨ ਰਮ ਗਿਆ। ਹੋਣਾ ਤਾਂ ਇਹ ਚਾਹੀਦਾ ਸੀ, ਸਾਥ ਸਾਥ ਸਿਮਰੋ ਗੋਬਿੰਦ। ਕਈ ਵਾਰ ਸਾਨੂੰ ਗੁਰਬਾਣੀ ਸਮਝਾਉਂਦੀ ਹੈ, ਮਹਾਂਪੁਰਸ਼ ਸਮਝਾਉਂਦੇ ਹਨ ਨਾ, ਉਹ ਕਹਿੰਦੇ ਹਨ ਕਿ ਵੇਖੋ, ਅਸੀਂ ਕੋਈ ਵੀ ਕੰਮ ਕਰਦੇ ਹਾਂ, ਅਸੀਂ ਸੰਸਾਰ ਦਾ ਕੰਮ ਕਰਦੇ ਹਾਂ, ਅਸੀਂ ਦੁਕਾਨ ਤੇ ਬੈਠਦੇ ਹਾਂ ਨਾ, ਕਿ ਸਾਡਾ ਮਨ ਤਾਂ ਹੋਣਾ ਚਾਹੀਦਾ ਹੈ ਕਿ ਅਸੀਂ ਦੁਕਾਨ ਤੇ ਬੈਠੇ ਹੋਏ ਵੀ ਨਾਮ ਸਿਮਰਨ ਕਰੀਏ। ਦੁਕਾਨ ਤੇ ਬੈਠੇ ਹੋਏ ਅਸੀਂ ਪ੍ਰਭੂ ਦੇ ਨਾਲ ਜੁੜੀਏ। ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਪਰਮੇਸ਼ਰ ਨੂੰ ਯਾਦ ਕਰੀਏ। ਹੋਣਾ ਤਾਂ ਇਹ ਚਾਹੀਦਾ ਹੈ। ਕੰਮ ਕਰਨੇ ਹਨ, ਕਿਰਤ ਕਰਨੀ ਹੈ, ਹੱਥਕਾਰ ਵੱਲ, ਚਿੱਤ ਯਾਰ ਵੱਲ। ਹੋਣਾ ਤਾਂ ਇਹ ਚਾਹੀਦਾ ਹੈ। ਪਰ ਸਾਧ ਸੰਗਤ, ਅਫਸੋਸ ਹੈ ਕਿ ਮਾਫ ਕਰਨਾ, ਸਾਡੇ ਨਾਲ ਤਾਂ ਇਸ ਤੋਂ ਉਲਟ ਹੋ ਜਾਂਦਾ ਹੈ। ਅਸੀਂ ਬੈਠੇ ਤਾਂ ਗੁਰਦੁਆਰੇ ਹੁੰਦੇ ਹਾਂ, ਪਰ ਸਾਨੂੰ ਯਾਦ ਦੁਕਾਨ ਆ ਰਹੀ ਹੁੰਦੀ ਹੈ। ਅਸੀਂ ਬੈਠੇ ਤਾਂ ਪਾਠ ਕਰਦੇ ਹੁੰਦੇ ਹਾਂ, ਪਰ ਸਾਨੂੰ ਯਾਦ ਮਾਇਆ ਦੀ ਚੱਲ ਰਹੀ ਹੁੰਦੀ ਹੈ। ਉਲਟਾ ਕੰਮ ਹੋ ਗਿਆ ਨਾ ਸਾਡੇ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨਮੀਤ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿ ਨਮੀਤ। ਹੁਣ ਨਿਕਲੇਗਾ ਕਿਵੇਂ ਮਨ? ਸਵਾਲ ਪੈਦਾ ਹੋ ਗਿਆ ਨਾ ਕਿ ਮਾਇਆ ਤੋਂ ਮਨ ਇਹ ਨਿਕਲੇਗਾ ਕਿਵੇਂ? ਇਹ ਮਨ ਤਾਂ ਨਿਕਲੇਗਾ ਜੇ ਅਸੀਂ ਇਸ ਨੂੰ ਸੰਗਤ ਦੇ ਵਿੱਚ ਲਿਆਵਾਂਗੇ।
ਬਾਰ-ਬਾਰ ਸੰਗਤ ਦੇ ਵਿੱਚ ਆਵਾਂਗੇ। ਇਸ ਨੂੰ ਨਾਮ ਸਿਮਰਨ ਸੇਵਾ ਦੇ ਨਾਲ ਜੋੜੀ ਰੱਖਾਂਗੇ। ਇਸ ਨੂੰ ਮਨ ਨੂੰ ਅਸੀਂ ਪਰਮੇਸ਼ਰ ਵਾਲੇ ਪਾਸੇ ਜੋੜਨਾ ਹੈ, ਕਿਉਂਕਿ ਬਾਣੀ ਦੇ ਵਿੱਚ ਉਦਾਹਰਣ ਆਉਂਦਾ ਹੈ ਇੱਕ, ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਮਨ ਹੈ ਨਾ, ਮਨ ਖੋਤੇ ਦੀ ਤਰ੍ਹਾਂ ਹੈ, ਖੋਤੇ ਦੀ ਤਰ੍ਹਾਂ। ਜਦੋਂ ਖੋਤੇ ਤੇ ਕੋਈ ਭਾਰ ਲੱਦਿਆ ਹੋਵੇ ਨਾ, ਭਾਰ, ਫਿਰ ਉਹ ਇੱਧਰ ਉੱਧਰ ਨਹੀਂ ਭੱਜਦਾ। ਇਸੇ ਤਰ੍ਹਾਂ ਇਹ ਮਨ ਨੂੰ ਵੀ ਨਾਮ ਨਾਲ ਜੋੜਨਾ ਹੈ, ਸੇਵਾ ਵਾਲੇ ਪਾਸੇ ਜੋੜਨਾ ਹੈ, ਸੰਗਤ ਦੇ ਵਿੱਚ ਲੈ ਕੇ ਆਉਣਾ ਹੈ। ਬਾਣੀ ਦੀਆਂ ਪੰਕਤੀਆਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਕਈ ਵਾਰੀ ਕਿ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਨਮਾਦਾ, ਤੂੰ ਤਾਂ ਬੜਾ ਉਨਮਾਦਾ ਹੈ, ਭਜਦਾ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਨਮਾਦਾ, ਖਰ ਕਾ ਪੈਖਰ ਤੋਂ ਛੁੱਟੈ ਜੋ ਉੱਪਰ ਲਾਦਾ। ਖੋਤੇ ਦੀ ਤਰ੍ਹਾਂ ਹੈ ਨਾ, ਖਰ ਕਹਿੰਦੇ ਹਨ ਖੋਤੇ ਨੂੰ। ਇਸੇ ਤਰ੍ਹਾਂ ਇਹ ਮਨ ਤਾਂ ਸਾਡਾ ਵਿਕਾਰ ਸਾਡੇ ਤੇ ਹਾਵੀ ਨਹੀਂ ਹੋਣਗੇ ਜਦੋਂ ਅਸੀਂ ਇਸ ਨੂੰ ਇਸ ਪਾਸੇ ਜੋੜਾਂਗੇ, ਸੰਗਤ ਦੇ ਵਿੱਚ ਆਵਾਂਗੇ, ਪਰਮੇਸ਼ਰ ਵਾਲੇ ਪਾਸੇ ਨਾਮ ਸੇਵਾ ਇਸ ਪਾਸੇ ਲਿਆਵਾਂਗੇ। ਇੱਕ ਹੋਰ ਵੀ ਉਦਾਹਰਣ ਆਉਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿਤ ਦੇ ਵਿੱਚ ਇੱਕ ਉਦਾਹਰਣ ਦਿੰਦੇ ਹਨ। ਮੈਂ ਪੜ੍ਹ ਰਿਹਾ ਸੀ, ਮੈਨੂੰ ਪੂਰਾ ਤਾਂ ਯਾਦ ਨਹੀਂ ਕਵਿਤ, ਪਰ ਉਹਦਾ ਭਾਵ ਇਹ ਹੈ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਆਪਣਾ ਢੰਗ ਹੈ, ਉਹ ਆਪਣੇ ਕਵਿਤਾਂ ਦੇ ਵਿੱਚ ਪਹਿਲਾਂ ਤਾਂ 3 ਉਦਾਹਰਣ ਦਿੰਦੇ ਹਨ ਤੇ ਫਿਰ ਚੌਥੀ ਪੰਕਤੀ ਦੇ ਵਿੱਚ ਉਹ ਤੱਤ ਦੀ ਗੱਲ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੇ ਇੱਕ ਕਵਿਤ ਹੈ, ਉਹ ਕਹਿੰਦੇ ਹਨ ਕਿ ਜਦੋਂ ਕੋਈ ਯਾਤਰਾ ਤੇ ਜਾ ਰਹੇ ਹੋਵੇ ਨਾ, ਸੰਗ ਯਾਤਰਾ ਦੇ ਨਾਲ ਪੂਰਾ ਸੰਗ ਹੋਵੇ ਨਾ, ਸੰਗ ਬਹੁਤ ਸਾਰੇ ਸੰਗੀ ਹੋਣ, ਇਕੱਠੇ ਜਾ ਰਹੇ ਹੋਣ ਨਾ, ਭਾਵੇਂ ਰਸਤੇ ਦੇ ਵਿੱਚ ਖਤਰਨਾਕ ਹੋਵੇ, ਡਰਾਵਣਾ ਹੋਵੇ, ਜੰਗਲ ਵਾਲਾ ਰਸਤਾ ਹੋਵੇ ਨਾ, ਜੇ ਉਹ ਸੰਗ ਦੇ ਨਾਲ ਜਾ ਰਿਹਾ, ਸਾਥ ਦੇ ਨਾਲ ਜਾ ਰਿਹਾ ਨਾ, ਤਾਂ ਉਮੀਦ ਕੀਤੀ ਜਾਂਦੀ ਹੈ ਕਿ ਮੈਂ ਵੀ ਨਾਲ ਜਾ ਰਿਹਾ ਨਾ ਤਾਂ ਪਹੁੰਚ ਜਾਵਾਂਗਾ। ਸਾਥ ਹੈ ਨਾਲ। ਤੇ ਇਸੇ ਤਰ੍ਹਾਂ ਜੇ ਕਿਸੇ ਖੇਤ ਨੂੰ ਵਾੜ ਲੱਗੀ ਹੋਵੇ ਨਾ, ਦੂਜੀ ਪੰਕਤੀ ਵਿੱਚ ਦੱਸਦੇ ਹਨ, ਜੇ ਖੇਤ ਨੂੰ ਵਾੜ ਲੱਗੀ ਹੋਵੇ ਤਾਂ ਉਹ ਵੀ ਬਚਾਅ ਹੋ ਜਾਂਦਾ ਹੈ, ਕੋਈ ਜਾਨਵਰ ਤੋਂ, ਚੋਰਾਂ ਤੋਂ ਬਚ ਜਾਂਦਾ ਹੈ ਜੇ ਵਾੜ ਲੱਗੀ ਹੋਵੇ ਤਾਂ। ਆਖਰੀ ਪੰਕਤੀ ਵਿੱਚ ਭਾਈ ਸਾਹਿਬ ਗੁਰਦਾਸ ਜੀ ਨੇ ਫਿਰ ਇਹ ਨਿਰਣਾ ਦਿੱਤਾ ਹੈ ਕਿ ਜੇ ਅਸੀਂ ਵੀ ਸੰਗਤ ਦੇ ਨਾਲ ਮਿਲ ਕੇ ਚੱਲਾਂਗੇ ਨਾ, ਸੰਗਤ ਦੇ ਨਾਲ, ਤਾਂ ਅਸੀਂ ਵੀ ਆਪਣੇ ਸਹਿਜ ਘਰ ਦੇ ਵਿੱਚ ਪਹੁੰਚ ਜਾਵਾਂਗੇ। ਚਲਦੇ ਚਲਦੇ ਅਸੀਂ ਪਹੁੰਚ ਜਾਵਾਂਗੇ। ਆਖਰੀ ਪੰਕਤੀਆਂ ਹਨ, ਸਾਧ ਸੰਗ ਮਿਲ ਪਹੁੰਚੇ ਸਹਿਜ ਘਰ। ਜੇ ਅਸੀਂ ਸਾਧ ਸੰਗਤ ਦੇ ਵਿੱਚ ਮਿਲ ਜਾਵਾਂਗੇ ਫਿਰ ਸਾਡਾ ਮਨ ਟਿਕ ਜਾਵੇਗਾ। ਸੋ ਇਹ ਵਿਚਾਰ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਮਾਇਆ ਤੋਂ ਬਚਣਾ ਹੈ, ਨਿਕਲਣਾ ਹੈ, ਸਾਧ ਸੰਗਤ ਦੇ ਵਿੱਚ ਆਉਣਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ। 38ਵੇਂ ਸ਼ਲੋਕ ਦੀ ਅਸੀਂ ਰਲ ਮਿਲ ਕੇ ਵਿਚਾਰ ਕਰੀਏ। 38ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਸਤਿਗੁਰੂ ਜੀ ਇਸ ਸ਼ਲੋਕ ਦੇ ਵਿੱਚ ਦੱਸਦੇ ਹਨ, ਇਹ ਜੋ 38ਵੇਂ ਸ਼ਲੋਕ ਦੀ ਅਸੀਂ ਵਿਚਾਰ ਕਰ ਰਹੇ ਹਾਂ ਤੇ ਇਸ ਤੋਂ ਅਗਲਾ ਜਿਹੜਾ 39ਵਾਂ ਸ਼ਲੋਕ ਹੈ ਨਾ, ਇਸ ਦਾ ਭਾਵ ਦੋਨਾਂ ਦਾ ਇੱਕੋ ਜਿਹਾ ਹੈ। ਇਸ ਦੇ ਵਿੱਚ ਸਤਿਗੁਰੂ ਜੀ ਸਾਨੂੰ ਦ੍ਰਿੜ ਕਰਵਾ ਰਹੇ ਹਨ ਕਿ ਸਭ ਕੁਝ ਉਸ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ। ਉਸ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਜੀਵ ਚੱਲਦੇ ਹਨ, ਹੁਕਮ ਦੇ ਵਿੱਚ ਹੀ ਸੰਸਾਰ ਚੱਲਦਾ ਹੈ। ਬੰਦਾ ਤਾਂ ਕੁਝ ਹੋਰ ਚਾਹੁੰਦਾ ਹੈ ਪਰ ਹੁੰਦਾ ਕੁਝ ਹੋਰ ਹੈ। ਇਸ ਦਾ ਮਤਲਬ ਹੈ ਉਹ ਪਰਮੇਸ਼ਵਰ ਜੋ ਚਾਹੁੰਦਾ ਹੈ ਉਹ ਹੁੰਦਾ ਹੈ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਚਿਤਵਤ ਰਹਿਓ ਠਗੌਰ, ਚਿੱਤ ਦੇ ਵਿੱਚ ਤਾਂ ਅਸੀਂ ਪਤਾ ਨਹੀਂ ਕੀ ਠੱਗੀਆਂ ਸੋਚਦੇ ਹਾਂ। ਠਗੌਰ ਕਹਿੰਦੇ ਹਨ ਠਗੋਲੀ ਨੂੰ, ਠੱਗ ਬੂਟੀ ਨੂੰ। ਅਸੀਂ ਠੱਗਣ ਦੀ ਸੋਚਦੇ ਰਹਿੰਦੇ ਹਾਂ, ਸਾਡਾ ਚਿੱਤ ਸੋਚਦਾ ਹੈ ਨਾ। ਤੇ ਸਤਿਗੁਰੂ ਜੀ ਕਹਿੰਦੇ ਹਨ, ਸੋਚਦਾ ਤਾਂ ਤੂੰ ਠੱਗਣ ਵਾਸਤੇ ਆ ਪਰ ਠੱਗਿਆ ਤੂੰ ਆਪ ਜਾਂਦਾ ਹੈ। ਨਾਨਕ ਫਾਸੀ ਗਲ ਪਰੀ, ਸਾਡੇ ਵਾਸਤੇ ਵੀ ਫਾਂਸੀ ਤਿਆਰ ਹੋ ਜਾਂਦੀ ਹੈ। ਇਸ ਸ਼ਲੋਕ ਦਾ ਅਰਥ ਹੈ ਕਿ ਉਹ ਪਰਮੇਸ਼ਰ ਜੋ ਚਾਹੁੰਦਾ ਹੈ ਨਾ ਉਹ ਹੁੰਦਾ ਹੈ, ਬੰਦਾ ਜੋ ਚਾਹੁੰਦਾ ਹੈ ਉਹ ਨਹੀਂ ਹੁੰਦਾ।
ਮਤਾ ਕਰੇ ਪੱਛਮ ਕੈ ਤਾਈ, ਅਸੀਂ ਪੜ੍ਹਦੇ ਹਾਂ ਪੂਰਬ ਹੀ ਲੈ ਜਾਤ। ਉਹ ਅਸੀਂ ਕੁਝ ਸੋਚਦੇ ਹਾਂ ਪਰ ਹੁੰਦਾ ਕੁਝ ਹੋਰ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਬਗਲਾ ਬੈਠਾ ਕੇਲ ਕਰਦਾ ਹੁੰਦਾ ਹੈ। ਉਹ ਬਗਲਾ ਕੀ ਸੋਚਦਾ ਹੈ, ਹੁਣ ਮੱਛੀ ਆਵੇਗੀ ਤੇ ਮੈਂ ਉਸ ਮੱਛੀ ਨੂੰ ਨਿਗਲ ਲਵਾਂਗਾ, ਪਰ ਹੁੰਦਾ ਕੀ ਹੈ, ਬਾਜ ਆਉਂਦਾ ਹੈ ਬਗਲੇ ਨੂੰ ਖਾ ਜਾਂਦਾ ਹੈ। ਉਹ ਬਾਜ ਝਪੱਟਾ ਬਗਲੇ ਨੂੰ ਮਾਰ ਦਿੰਦਾ ਹੈ। ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਬਗਲੇ ਨੂੰ ਬਾਜ ਪੈ ਜਾਂਦਾ ਹੈ। ਉਹ ਬਾਜ ਕੁਝ ਸੋਚ ਰਿਹਾ ਹੁੰਦਾ ਹੈ। ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀ। ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਇਹ ਸੰਸਾਰ ਚੱਲਦਾ ਹੈ। ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਹੈ। ਹੁਕਮ ਦੇ ਵਿੱਚ ਅਸੀਂ ਚੱਲਾਂਗੇ ਤਾਂ ਅਸੀਂ ਸੁਖ ਪਾਵਾਂਗੇ। ਉਸ ਪਰਮੇਸ਼ਰ ਦੇ ਹੁਕਮ ਤੋਂ ਬਗੈਰ ਸਾਧ ਸੰਗਤ ਕੁਛ ਨਹੀਂ ਹੈ। ਉਸ ਦੇ ਹੁਕਮ ਦੀ ਕੋਈ ਬੇਅੰਤ ਹੈ। ਵੇਖੋ ਹੁਣ ਦੂਰ ਨਾ ਜਾਈਏ, ਇਹ ਜਿਹੜਾ ਕਰੋਨਾ ਆਇਆ, ਕਰੋਨਾ ਕਿਸੇ ਨੂੰ ਪਤਾ ਸੀ? ਕਿਸੇ ਦੇ ਚੇਤੇ ਵਿੱਚ ਸੀ ਕਿ ਐਸਾ ਹੋ ਜਾਵੇਗਾ? ਪਤਾ ਨਹੀਂ ਮਨੁੱਖਾਂ ਨੇ ਕੀ ਸੋਚ ਰੱਖਿਆ ਸੀ, ਕੀ ਪਲਾਨ ਸੀ। ਕਿਸੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਸੀ, ਕਿਸੇ ਨੇ ਕਿਤਨੇ ਕਾਰੋਬਾਰ ਕਰਨੇ ਸਨ। ਉਹ ਪਤਾ ਨਹੀਂ ਕੀ ਹੋ ਗਿਆ। ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ, ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤਵਤ ਰਹਿਓ ਠਗੋਰ, ਚਿਤਵਤ ਰਹਿਓ ਠਗੋਰ। ਸਾਧ ਸੰਗਤ ਮਾਫ ਕਰਨਾ, ਵੇਖੋ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਨਾ ਕਿ ਸੰਸਾਰ ਦੇ ਵਿੱਚ ਇਹੀ ਕੁਝ ਹੋ ਰਿਹਾ ਹੈ। ਅਸੀਂ ਨਾ, ਸਾਡੀ ਬਿਰਤੀ ਨਾ ਠੱਗ ਵਾਲੀ ਬਣ ਚੁੱਕੀ ਹੈ। ਹਰ ਬੰਦਾ ਦੂਜੇ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ। ਬਿਰਾ ਨੂੰ ਠੱਗਦਾ ਹੈ, ਮਿੱਤਰ ਨੂੰ ਠੱਗਦਾ ਹੈ, ਵਪਾਰੀ ਨੂੰ ਠੱਗਦਾ ਹੈ, ਦੁਕਾਨਦਾਰ ਗ੍ਰਾਹਕ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਕੋਈ ਦਾਅ ਲੱਗਦਾ ਹੈ। ਪਰ ਇਹ ਵੀ ਯਾਦ ਰੱਖਣਾ, ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਤੂੰ ਕਿਸੇ ਨੂੰ ਠੱਗੇਗਾ, ਜੇ ਅਸੀਂ ਕਿਸੇ ਨੂੰ ਠੱਗਾਂਗੇ ਨਾ ਤਾਂ ਠੱਗੇ ਅਸੀਂ ਵੀ ਜਾਵਾਂਗੇ। ਸਾਨੂੰ ਵੀ ਠੱਗਣ ਵਾਲੇ ਹਨ। ਸਾਡੇ ਵਾਸਤੇ ਜੇ ਇੱਥੇ ਨਹੀਂ ਠੱਗੇ ਜਾਵਾਂਗੇ ਤਾਂ ਉੱਥੇ ਪਰ ਠੱਗੇ ਜਾ, ਉੱਥੇ ਫਾਂਸੀ ਤਿਆਰ ਹੈ ਸਾਡੇ ਵਾਸਤੇ, ਅਸੀਂ ਵੀ ਠੱਗੇ ਜਾਵਾਂਗੇ। ਇਸ ਵਾਸਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਹੈ। ਸਹਿਜ ਦੇ ਵਿੱਚ ਉਸ ਪਰਮੇਸ਼ਰ ਦੇ ਵਿੱਚ ਇੱਕ ਬਹੁਤ ਸੋਹਣੇ ਵਿਦਵਾਨ ਦੇ ਬਚਨ ਹਨ। ਉਹ ਕਹਿੰਦਾ ਕਿ ਉਸ ਦੇ ਹੁਕਮ ਦੇ ਵਿੱਚ ਚੱਲਣਾ ਹੈ। ਉਹ ਕਹਿੰਦਾ ਕਿ ਵੇਖੋ ਬੰਦਿਆ, ਤੂੰ ਸਾਰੀ ਉਮਰ ਉਹ ਕੀਤਾ ਜੋ ਤੈਨੂੰ ਚੰਗਾ ਲੱਗਾ। ਤੂੰ ਸਾਰੀ ਉਮਰ ਉਹ ਕੀਤਾ, ਸੀ ਉਹੀ ਕਰਦੇ ਆ ਨਾ ਜੋ ਸਾਨੂੰ ਚੰਗਾ ਲੱਗੇ। ਤੂੰ ਸਾਰੀ ਉਮਰ ਉਹ ਕੀਤਾ ਜੋ ਤੈਨੂੰ ਚੰਗਾ ਲੱਗਾ, ਪਰ ਹੋਇਆ ਉਹ ਹੈ ਜੋ ਮੈਨੂੰ ਚੰਗਾ ਲੱਗਾ, ਜੋ ਪਰਮੇਸ਼ਰ ਨੂੰ ਚੰਗਾ ਲੱਗਾ। ਹੁੰਦਾ ਉਹੀ ਹੈ ਨਾ। ਸਾਰੀ ਉਮਰ ਤੂੰ ਉਹ ਕੀਤਾ ਜੋ ਤੈਨੂੰ ਚੰਗਾ ਲੱਗਾ, ਹੋਇਆ ਉਹ ਜੋ ਪਰਮੇਸ਼ਰ ਨੂੰ ਚੰਗਾ ਲੱਗਾ। ਇਸੇ ਵਾਸਤੇ ਉਹ ਵਿਦਵਾਨ ਕਹਿੰਦਾ, ਤੂੰ ਉਹ ਕਰ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗੇ। ਤੂੰ ਉਹ ਕਰ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ, ਹੋਵੇਗਾ ਉਹ ਜੋ ਤੂੰ ਚਾਹੁੰਦਾ ਹੈ। ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹ ਤੂੰ ਕਰ, ਹੋਵੇਗਾ ਉਹ ਜੋ ਤੂੰ ਚਾਹੁੰਦਾ ਹੈ। ਤੈਨੂੰ ਸਭ ਕੁਝ ਮਿਲੇਗਾ, ਤੈਨੂੰ ਸਭ ਕੁਝ, ਤੇਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਉਸ ਦੇ ਹੁਕਮ ਦੇ ਵਿੱਚ ਚੱਲਣਾ ਹੈ। ਉਸ ਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਇਹਨਾਂ ਸ਼ਲੋਕਾਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਦ੍ਰਿੜ ਕਰ ਰਹੇ ਹਨ। ਅਗਲੇ ਸ਼ਲੋਕ ਦਾ ਵੀ ਭਾਵ ਅਸੀਂ ਕੁਝ ਮਿੰਟਾਂ ਦੇ ਵਿੱਚ ਵਿਚਾਰਾਂਗੇ। 39ਵਾਂ ਸ਼ਲੋਕ ਹੈ, ਉਸ ਦਾ ਵੀ ਭਾਵ ਇਹ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਿਹੜਾ ਹਰੀ ਨੂੰ ਭਾਉਂਦਾ ਹੈ ਨਾ ਉਹੀ ਹੁੰਦਾ ਹੈ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਅਸੀਂ ਸੁਖ ਦੇ ਯਤਨ ਬਹੁਤ ਕਰਦੇ ਹਾਂ ਕਿ ਸਾਨੂੰ ਸੁਖ ਮਿਲੇ, ਸੁਖ ਮਿਲੇ। ਸੁਖ ਵਾਸਤੇ ਅਸੀਂ ਬਹੁਤ ਉਪਰਾਲੇ ਕਰਦੇ ਹਾਂ, ਦੁੱਖ ਵਾਸਤੇ ਤਾਂ ਨਹੀਂ ਕਰਦੇ ਨਾ। ਦੁੱਖ ਵਾਸਤੇ ਅਸੀਂ ਕੋਈ ਯਤਨ ਨਹੀਂ ਕਰਦੇ, ਫਿਰ ਵੀ ਦੁੱਖ ਆ ਜਾਂਦੇ ਹਨ, ਦੁੱਖ ਆ ਜਾਂਦੇ ਹਨ। ਹਰ ਭਾਵੈ ਸੋ ਹੋਏ। ਜੋ ਹਰੀ ਨੂੰ ਭਾਉਂਦਾ ਹੈ ਉਹ ਹੁੰਦਾ ਹੈ। ਅਸੀਂ ਇਹ ਉਪਰਾਲਾ ਵੀ ਨਹੀਂ ਕਰਦੇ ਕਿ ਦੁੱਖ ਆਵੇ ਹੀ ਨਾ, ਦੁੱਖ ਦੀ ਜੜ ਪੁੱਟੀ ਜਾਵੇ, ਇਹ ਵੀ ਉਪਰਾਲਾ ਨਹੀਂ ਕਰਦੇ। ਅਸੀਂ ਉਪਰਾਲਾ ਕਰਦੇ ਹਾਂ ਸੁੱਖ ਕਿਵੇਂ ਮਿਲੇਗਾ।
जतन बहुत सुख के किए, दुख को कियो न कोय। कहो नानक सुन रे मना, हर भावै सो होए। जो हरि नूं भाउंदा है ਉਹ ਹੁੰਦਾ है। साध संगत जतन ਤਾਂ ਅਸੀਂ ਇਹ ਕਰੀਏ ਕਿ ਦੁੱਖ ਦੀ ਜਾੜੀ ਪੁੱਟੀ ਜਾਵੇ। ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਬਾਣੀ ਕਹਿੰਦੀ ਹੈ ਸਭ ਤੋਂ ਵੱਡਾ ਦੁੱਖ ਹੈ ਵਿਛੋੜਾ, ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਵਿਛੋੜਾ ਹੋਇਆ ਹੈ। ਅਸੀਂ ਪਰਮੇਸ਼ਰ ਤੋਂ ਵਿਛੜੇ ਹਾਂ, ਇਸ ਕਰਕੇ ਸਾਨੂੰ ਸਾਰੇ ਦੁੱਖ ਹਨ। ਦੁੱਖ ਆਉਂਦੇ ਹਨ, ਦੁੱਖ ਤਦੇ ਜਾਂ ਵਿਸਰ ਜਾਏ। ਜੇ ਅਸੀਂ ਪਰਮੇਸ਼ਰ ਨੂੰ ਵਿਸਰੇ ਹਾਂ, ਇਸ ਕਰਕੇ ਸਾਨੂੰ ਦੁੱਖ ਆਉਂਦੇ ਹਨ। उस परमेश्वर की रजा दे विच रहिए, परमेश्वर की रजा दे विच राजी रहिए। जे असी जुड़े रहिए ना अपने मूल दे नाल, फिर सानू दुख नहीं आउंदा। साध संगत एक उदाहरण के तौर पर समझिए, जे कोई झरना है ना, झरना चल रहा है, उसका पानी बड़ा पवित्र होता है। जे झरने तो पानी निकल के, झरने का पानी इतना पवित्र होता है, असी पी लैने, असी पी भी लैने, बिल्कुल साफ होता है। जे झरने तो पानी निकल के किसी खड्डे दे विच डिग पवे, जे खड्डे दे विचों पानी चला जाए, फिर पानी तो गंदा हो जाएगा, फिर साडे पीने लायक नहीं होएगा। इसदा मतलब की है? वो मूल तो विछड़ गया। एक और उदाहरण मैं सुन रहा सी, वो कहता है जिवें झाड़ू होंदा है ना, तीले वाला झाड़ू, झाड़ू के जिहड़े तीले होंदे हैं ना, तीले वो इतनी समर्था रखते हैं कि वो गंदगी नूं साफ कर देंदे हैं, गंदगी नूं साफ कर देंदे हैं झाड़ू के तीले। जे उन्हां झाड़ू के तीलियां दे विचों कुछ तीले टुट के डिग जाण ना, साध संगत, वो डिग जाण ना, तो वो भी कूड़ा बन जाते हैं, वो भी कूड़े दे नाल रल जाते हैं, वो भी फिर कूड़ा ही बन जाते हैं। फिर की करिए? अपने मूल नाल जुड़िए। जे उस गंदे पानी नूं असी फिर झरने दे विच पा दईए ना, वो फिर साफ हो जाता है। जे असी टुटे हुए तीले दे तिनकिਆਂ नूं फिर झाड़ू दे विच ला दईए ना, झाड़ू दे विच, फिर वो झाड़ू बन जाते हैं, फिर वो सफाई करन लग जाते हैं, फिर वो भी साफ करन दे समर्थ हो जाते हैं। भाव के असी मूल दे नाल जुड़ जाइए। जे असी परमेश्वर तो टुट जावांगे, फिर असी दुख ही सहणांगे, फिर सानू दुख ही दुख मिलेगा। इस वास्ते सतगुरु जी कह रहे हैं, जतन बहुत सुख के किए, दुख को कियो न कोय। कहो नानक सुन रे मना, हर भावै सो होए। उसकी आग्या दे विच रहना है, उसके हुक्म दे विच रहना है। जैसी आग्या कीनी ठाकुर, तिस ते मुख नहीं मोड़ियो। सहज आनंद रखियो गृह भीतर, उठ उआहू को दौड़ियो। उस परमेश्वर दे हथ दे विच है, उस परमेश्वर दे नाल रहना है, उसके हुक्म दे विच रहना है। साध संगत वेखो, समा हो गया है। एक उदाहरण मैं होर दियां कि जिवें पानी का बहाव जा रहा होवे, बहुत तेज बहाव जा रहा होवे ना, ये है उस परमेश्वर का हुक्म दे विच। जे असी उस बहाव दे नाल नाल चलांगे ना, पानी के बहाव दे नाल नाल चलते रहांगे, ते भावें सानू चट्टाना लगन, भावें सानू धक्के लगन, भावें असी डिगदे रहिए, लेकिन असी पहुँच जावांगे समुंदर दे विच। असी पहुँच जावांगे जे असी उसके हुक्म दे नाल चलते रहांगे। उसका हुक्म तो बहाव है, उसनूं कोई रोक नहीं सकता, किसी की जरूरत नहीं कि करोना नूं कोई रोक सकता। असी उसके हुक्म दे विच चलते रहना है, उसका हुक्म मनना है। जे असी पानी के बहाव तो उलट पासे चल पईए, जे असी आखिए नहीं जी असी तो इधर जाना है जी, असी उल्टे पासे चल जाइए ना, तो साध संगत धक्के तो सानू फिर भी लगणगे, चोटां सानू फिर भी लगणगियां, चट्टानां सानू फिर भी लगणगियां, पर पहुँच असी नहीं पावांगे। फिर असी समुंदर दे विच असी थोड़ी पहुँच जावांगे। असी पानी के बहाव वाल चलना है, उसके हुक्म दे विच चलना है। सतगुरु जी कृपा करन, ये तिन्नां सलोकां दी असी विचार कीती है। सतगुरु जी साडे हिरदियां विच वसाण, हुक्म दे विच चलना है। जिमें धन गुरु अंगद देव पातशाह जी, अज सतगुर जी का पावन ज्योति जोत समाउण का गुरपुरब है। दूजे पातशाह धन गुरु अंगद देव पातशाह जी का सतगुरु जी ने हुक्म मन्निया गुरु का। गुरु अंगद साहब पासों असी प्रेरणा लैनी है कि उसके हुक्म दे विच चलना है। हुक्म दे विच रह के ही असी उस परमेश्वर नूं पा सकते हाँ, परमेश्वर ही बन सकते हाँ जे उसके हुक्म दे विच चलीए। सतगुरु जी सानू अपनी रजा दे विच चलण दा आग्या बख्शिश करन, ये समर्था बख्शिश करन, ये ज्ञान सुमत बख्शिश करन।
ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਹੋ ਜਾਂਦੀਆਂ ਹਨ। ਦਾਸ ਆਪ ਸੰਗਤਾਂ ਪਾਸੋਂ ਗੁਰੂ ਸਾਹਿਬ ਪਾਸੋਂ ਖਿਮਾ ਦਾ ਜਾਚਕ ਹੈ। ਅਸੀਸ ਦਿੰਦਿਆਂ ਹੋਇਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।